ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ, ਸਤਿ ਸ੍ਰੀ ਅਕਾਲ, ਸਲਾਮ। ਮੈਂ ਜਗਤਾਰ ਸਿੰਘ ਕਪੂਰੀ ਆਪ ਜੀ ਦੇ ਨਾਲ ਮੁਖਾਤਬ ਹਾਂ, ਲਾਈਵ ਹਾਂ। ਇੱਕ ਛੋਟਾ ਜਿਹਾ ਪੁਆਇੰਟ ਸੋਚਣ ਵਾਲੀ ਗੱਲ ਸੀ, ਉਹ ਮੈਂ ਗੱਲ ਕਰਨੀ ਆਪ ਜੀ ਦੇ ਨਾਲ। ਆਹ ਜਿਹੜਾ ਅੰਦੋਲਨ ਚੱਲ ਰਿਹਾ ਸਾਡੇ ਕਿਸਾਨ ਵੀਰਾਂ ਦਾ, ਬਹੁਤ ਹੁਮ ਹੁਮਾ ਕੇ ਲੋਕ ਪਹੁੰਚ ਰਹੇ ਨੇ। ਬਹੁਤ ਅੱਛੀ ਗੱਲ ਹੈ, ਪਹੁੰਚਣਾ ਚਾਹੀਦਾ ਹੈ। ਪਰ ਇਹਦੇ 'ਚ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਅਸੀਂ ਪਿਛਲੇ ਲਗਭਗ 50 ਸਾਲ ਦੇ ਇਤਿਹਾਸ 'ਤੇ ਨਿਗਾਹ ਮਾਰਦੇ ਹਾਂ, ਜਿਹੜੇ ਇਹੋ ਜਿਹੇ ਵੱਡੇ ਅੰਦੋਲਨ ਹੋਏ ਨੇ, ਛੋਟੇ ਅੰਦੋਲਨ ਨਹੀਂ, ਇਹਦੀ ਗੱਲ ਨਹੀਂ ਮੈਂ ਕਰ ਰਿਹਾ, ਵੱਡੇ ਅੰਦੋਲਨ ਜਿਹਦੇ 'ਚ ਕਿ ਜਾਂ ਤਾਂ ਪੂਰੇ ਦੇਸ਼ ਦੀ ਜਨਤਾ ਦੀ ਗੱਲ ਆਈ ਹੋਵੇ, ਜਾਂ ਕਿਸੇ ਇੱਕ ਦੋ ਸਟੇਟ ਦੀ ਐਸੀ ਗੱਲ ਆ ਗਈ ਹੋਵੇ ਜਿਹਦੇ 'ਤੇ ਕਿ ਬਹੁਤ ਸਾਰੇ ਲੋਕ ਸਾਹਮਣੇ ਆ ਗਏ ਹੋਣ। ਉਹਨਾਂ ਦੀ ਗੱਲ ਕਰ ਰਹੇ ਹਾਂ ਆਪਾਂ। ਪਹਿਲਾਂ ਤਾਂ ਇਹ ਜਿਹੜੇ ਅੰਦੋਲਨ ਨੇ, ਇਹਨਾਂ ਦੇ ਛੋਟੇ ਜਿਹੇ ਥੋੜ੍ਹੇ ਜਿਹੇ ਇਤਿਹਾਸ 'ਤੇ ਆਪਾਂ ਪਿੱਛੇ ਨਿਗਾਹ ਮਾਰ ਲੈਂਦੇ ਹਾਂ। 1970 ਦੇ ਦਹਾਕੇ 'ਚ ਬਹੁਤ ਸਾਰੇ ਅੰਦੋਲਨ ਹੋਏ ਨੇ। ਕੋਈ ਸੂਬਿਆਂ ਨੂੰ ਲੈ ਕੇ ਹੋਏ ਨੇ, ਕੋਈ ਰਾਜਨੀਤੀ ਨਾਲ ਪ੍ਰੇਰਿਤ ਹੋਏ ਨੇ। ਜਿਹੜਾ ਉਹਨਾਂ ਦਾ ਰਿਜ਼ਲਟ ਹੈ, ਜਿਹੜੇ ਪਿਛਲੇ ਅੰਦੋਲਨ ਹੋਏ ਨੇ, ਉਹਨਾਂ ਦਾ ਰਿਜ਼ਲਟ 'ਤੇ ਵੀ ਆਪਾਂ ਨਿਗਾਹ ਮਾਰਦੇ ਹਾਂ। ਪਹਿਲਾਂ ਤਾਂ ਮੈਂ ਇੱਕ ਗੱਲ ਅੰਦੋਲਨ ਦੀ ਕਰਾਂਗਾ। ਜਦੋਂ ਪੰਜਾਬ ਦੇ ਵਿੱਚ ਚੱਲਿਆ ਅੰਦੋਲਨ, ਇੱਕ ਜੇਲ੍ਹ ਭਰੋ ਅੰਦੋਲਨ, ਉਹਦੇ 'ਚ ਮੈਂ ਖੁਦ ਦੇਖਿਆ ਕਿ ਐਸੇ ਬਜ਼ੁਰਗ ਜਿਨ੍ਹਾਂ ਕੋਲੋਂ ਚੱਲਿਆ ਵੀ ਬੜਾ ਮੁਸ਼ਕਿਲ ਜਾਂਦਾ ਸੀ, ਜੇਲ੍ਹ ਭਰੋ ਅੰਦੋਲਨ ਦੇ ਵਿੱਚ ਉਹਨਾਂ ਨੇ ਹਿੱਸਾ ਲੈਣਾ ਸ਼ੁਰੂ ਕਰਤਾ। ਬੱਸਾਂ 'ਚ ਵੀ, ਗੱਡੀਆਂ 'ਚ ਵੀ ਭਰਮਾਰ ਸੀ ਬਜ਼ੁਰਗਾਂ ਦੀ। ਉਸ ਤੋਂ ਬਾਅਦ ਥੋੜ੍ਹਾ ਜਿਹਾ ਅੰਦੋਲਨ ਹੋਰ ਸੂਰਤ ਬਦਲੀ ਅੰਦੋਲਨ ਦੀ। ਆਪ ਜੀ ਨੂੰ ਜੂਨ 84 ਵਾਲਾ ਹਾਲਾਤ ਵੀ ਆਪਾਂ ਨੂੰ ਪਤਾ ਨੇ। ਫਿਰ ਨਵੰਬਰ 84 ਦੇ ਜਿਹੜੇ ਦਿੱਲੀ ਦੇ ਹਾਲਾਤ ਹੋਏ ਨੇ, ਉਹ ਵੀ ਆਪ ਨੂੰ ਪਤਾ ਨੇ। ਠੀਕ ਹੈ, ਜਿਹੜੀ ਨਵੀਂ ਜਨਰੇਸ਼ਨ ਹੈ ਉਹਨੂੰ ਇਤਨਾ ਨਹੀਂ ਪਤਾ, ਲੇਕਿਨ ਜਿਹੜੇ 50 ਸਾਲ ਤੋਂ ਉੱਪਰ ਨੇ ਉਹਨਾਂ ਨੂੰ ਤਾਂ ਸਾਰਾ ਪਤਾ ਹੈ ਕਿਆ ਹਾਲਾਤ ਬੀਤੀ ਸੀ, ਕਿਆ ਹੋਇਆ ਹੈ ਜਦੋਂ ਅੰਦੋਲਨ ਹੁੰਦੇ ਨੇ। ਅਤੇ ਜ਼ਰੂਰੀ ਨਹੀਂ ਕਿ ਸਾਰੇ ਅੰਦੋਲਨ ਜਿਹੜੇ ਉਹ ਸਫਲ ਹੀ ਹੋ ਜਾਂਦੇ ਨੇ, ਐਸੀ ਕੋਈ ਗੱਲ ਨਹੀਂ। ਹਿੰਮਤ ਰੱਖਣੀ ਪੈਂਦੀ ਹੈ ਔਰ ਆਪਣੀ ਆਵਾਜ਼ ਉਠਾਉਣ ਦਾ ਹਰ ਇੱਕ ਨੂੰ ਹੱਕ ਹੈ, ਕੋਈ ਗੱਲ ਨਹੀਂ। ਲੇਕਿਨ ਇਹਦੇ 'ਚ ਜਿਹੜੀ ਸੋਚਣ ਵਾਲੀ ਗੱਲ ਹੈ, ਨਤੀਜਿਆਂ ਵਾਲੀ। ਜਦੋਂ ਇਹ 84 ਦੀ ਮੈਂ ਗੱਲ ਕਰਦਾ ਅੰਦੋਲਨਾਂ ਵਾਲੀ, ਉਸ ਵੇਲੇ ਜਿਨ੍ਹਾਂ ਨੇ ਅੰਦੋਲਨ ਸ਼ੁਰੂ ਕੀਤੇ ਸੀ ਉਹ ਤਾਂ ਇੱਕ ਪਾਸੇ ਰਹਿ ਗਏ। ਉਹ ਅੰਦੋਲਨ ਹਥਿਆ ਲਿਆ। ਇਸੇ ਤਰ੍ਹਾਂ ਆ ਪਿੱਛੇ ਜਿਹੀ ਦੀ ਗੱਲ ਹੈ, ਅੱਜ ਕੱਲ੍ਹ ਦੇ ਨੌਜਵਾਨ ਜਾਣਦੇ ਨੇ। ਇੱਕ ਅੰਨਾ ਜੀ ਨੇ ਅੰਦੋਲਨ ਸ਼ੁਰੂ ਕੀਤਾ, ਜਿਹਦਾ ਕਿ ਪੂਰੇ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਪੂਰਾ ਜ਼ੋਰ ਲੱਗਿਆ ਪੂਰਾ, ਔਰ ਹਰ ਇੱਕ ਬੰਦਾ ਉਸ ਅੰਦੋਲਨ ਦੇ ਨਾਲ ਜੁੜ ਗਿਆ। ਈਵਨ ਕਿ ਜਿਨ੍ਹਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਅੰਨਾ ਜੀ ਨੇ ਕਿਹੜੀ ਸ਼ਰਤਾਂ 'ਤੇ ਜਿਹੜੀ ਆ ਉਹ ਗੱਲਬਾਤ ਕਰਨੀ ਆ ਗੌਰਮੈਂਟ ਨਾਲ, ਕਿਹੜੀ ਸ਼ਰਤਾਂ ਉਹਨੇ ਰੱਖੀਆਂ ਨੇ ਔਰ ਕਿਸ ਕਰਕੇ ਅੰਦੋਲਨ ਕਰ ਰਿਹਾ, ਇਹ ਵੀ ਉਹਨਾਂ ਲੋਕਾਂ ਨੂੰ ਪਤਾ ਨਹੀਂ ਸੀ। ਲੇਕਿਨ ਫਿਰ ਵੀ ਅੰਦੋਲਨ ਹੋਇਆ। ਚਾਹੇ ਉਹ ਜਿਹੜੇ ਉਹਨਾਂ ਨੇ ਮੰਗੀਆਂ ਸੀ, ਕਿਸ ਤਰ੍ਹਾਂ ਉਹ ਇੱਕ ਪਾਸੇ ਹਟ ਗਏ ਜਾਂ ਕਿਆ ਹੋਇਆ। ਲੇਕਿਨ ਸੋਚਣ ਵਾਲੀ ਗੱਲ ਹੈ ਕਿ ਕੋਈ ਵੀ ਅੰਦੋਲਨ ਜਿਹੜਾ ਹੈ ਉਹ ਖਾਲੀ ਨਹੀਂ ਜਾਇਆ ਕਰਦਾ। ਉਹਦੇ ਵਿੱਚ ਨਿਕਲਦੀ ਆ, ਉਹਦੇ 'ਚ ਕੋਈ ਨਾ ਕੋਈ ਰਿਜ਼ਲਟ ਉਹਦਾ ਛੋਟਾ ਮੋਟਾ ਨਿਕਲਦਾ ਹੈ, ਉਹਦਾ ਰਿਜ਼ਲਟ ਨਿਕਲਦਾ ਹੈ।
ਹੁਣ ਅੰਨਾ ਜੀ ਦੇ ਅੰਦੋਲਨ ਦੀ ਗੱਲ ਕਰ ਲਓ ਆਪ, ਉਹਦੇ ਜਿਹੜਾ ਰਿਜ਼ਲਟ ਨਿਕਲਿਆ, ਇੱਕ ਲੀਡਰ ਉੱਭਰ ਕੇ ਆਏ, ਉਹਨਾਂ ਨੇ ਦਿੱਲੀ ਦੇ ਵਿੱਚ ਸਰਕਾਰ ਬਣਾ ਲਈ। ਉਹ ਅੰਨਾ ਹਜ਼ਾਰੇ ਜੀ ਦੇ ਅੰਦੋਲਨ ਤੋਂ ਹੀ ਪੈਦਾ ਹੋਏ ਬੰਦੇ। ਲੇਕਿਨ ਜਿਹੜੀਆਂ ਮੰਗਾਂ ਸੀ ਹਜ਼ਾਰੇ ਵਾਲੀਆਂ, ਉਹ ਤਾਂ ਮੈਨੂੰ ਲੱਗਦਾ ਨਹੀਂ ਵੀ ਕੋਈ ਪੂਰੀ ਹੋਈ ਹੋਵੇ। ਲੇਕਿਨ ਇਹ ਜ਼ਰੂਰ ਹੈ ਕਿ ਉਹਦੇ 'ਚ ਲੀਡਰ ਜ਼ਰੂਰ ਉੱਭਰ ਕੇ ਆਏ ਸਾਹਮਣੇ, 1 2 3 4 ਜਿਤਨੇ ਮਰਜ਼ੀ ਸਮਝ ਲਓ। ਇਸੇ ਤਰ੍ਹਾਂ ਜਿਹੜਾ ਹੁਣ ਕਿਸਾਨ ਅੰਦੋਲਨ ਚੱਲ ਰਿਹਾ ਹੈ, ਠੀਕ ਹੈ, ਹਰ ਇੱਕ ਨੂੰ ਆਪਣਾ ਹੱਕ ਹੈ ਬੋਲਣ ਦਾ। ਅਗਰ ਉਹਨਾਂ ਨੂੰ ਨਜਾਇਜ਼ ਹੁੰਦੀ ਹੈ, ਬੋਲ ਸਕਦਾ ਹੈ, ਉਹ ਤਰੀਕੇ ਨਾਲ ਬੋਲ ਸਕਦਾ, ਕੋਈ ਸ਼ੱਕ ਨਹੀਂ, ਬੋਲੋ। ਲੇਕਿਨ ਇਹ ਜਿਹੜੇ ਅੰਦੋਲਨ ਵਾਲੀ ਗੱਲ ਹੈ, ਜੇ ਮੈਂ ਆਪਣੇ ਵਿਚਾਰ ਪੇਸ਼ ਕਰ ਰਿਹਾ ਹਾਂ, ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਕੱਲ੍ਹ ਵੀ ਸੁਣਿਆ, ਮੈਂ ਸਾਰਾ ਦਿਨ ਸੁਣੀ ਹੈ ਗੱਲ, ਦੇਖਦਾ ਰਿਹਾ ਮੈਂ, ਕਿ ਉੱਥੇ ਜਿਹੜੇ ਬੈਰੀਕੇਡ ਲੱਗੇ ਸੀ ਨੇ ਉਹ ਖੇਡ ਦਿੱਤੇ, ਹੋਰ ਰੁਕਾਵਟਾਂ ਜਿਹੜੀਆਂ ਸੀ ਉਹ ਕਰਤੀਆਂ, ਅੱਗੇ ਪਿੱਛੇ ਕਰਤੀਆਂ। ਕੋਈ ਗੱਲ ਨਹੀਂ, ਹੋ ਜਾਂਦਾ ਹੈ, ਕਰਨਾ ਪੈਂਦਾ ਹੈ। ਲੇਕਿਨ ਇਹ ਕਿੱਥੇ ਲਿਖਿਆ ਕਿ ਤੁਸੀਂ ਪੱਤਰਕਾਰਾਂ ਦੀ ਗੱਡੀ ਤੋੜ ਦਿਓ? ਇਹ ਕਿੱਥੇ ਲਿਖਿਆ ਕਿ ਤੁਸੀਂ ਜਿਹੜੇ ਆਉਣ ਜਾਣ ਵਾਲੇ ਹੈ ਮੋਟਰਸਾਈਕਲ 'ਤੇ ਹੈ, ਕਿਸੇ ਦੇ ਬਿਮਾਰ ਹੈ, ਕਿਸੇ ਦਾ ਉਹਨੂੰ ਰੋਕ ਦਿਓ? ਇਹ ਕਿੱਥੇ ਦੀ ਇਨਸਾਫੀ ਹੈ ਕਿ ਤੁਸੀਂ ਇੱਕ ਪ੍ਰਾਈਵੇਟ ਗੱਡੀ ਜਾ ਰਹੀ ਹੈ ਜਿਹਦਾ ਕੋਈ ਤਲਕ ਨਹੀਂ ਤੁਹਾਡੇ ਅੰਦੋਲਨ ਦੇ ਨਾਲ, ਨਾ ਰੋਕਣ 'ਚ ਨਾ ਹਮਦਰਦੀ 'ਚ, ਤੁਸੀਂ ਉਹਦੀਆਂ ਗੱਡੀਆਂ ਭੰਨ ਦਿਓ? ਇਹ ਕਿੱਥੇ ਹੈ ਜੀ? ਫਿਰ ਇੱਕ ਹੋਰ ਦੇਖੋ, ਬਾਰ-ਬਾਰ ਕਿਹਾ ਜਾਂਦਾ ਸਾਡੇ ਕੋਲ 6 ਮਹੀਨੇ ਦਾ ਰਾਸ਼ਨ ਹੈ। ਬਿਲਕੁਲ ਅਸੀਂ ਸਹਿਮਤ ਹਾਂ, ਰਾਸ਼ਨ ਹੋ ਸਕਦਾ, ਲੰਗਰ ਲੱਗਦੇ ਨੇ, ਭੰਡਾਰੇ ਲੱਗਦੇ ਨੇ, ਦੇਗਾਂ ਪੱਕਦੀਆਂ ਨੇ, ਕੋਈ ਗੱਲ ਨਹੀਂ, ਹੋ ਸਕਦਾ ਰਾਸ਼ਨ ਹੋਵੇ। ਸੌਣ ਦੇ ਇੰਤਜ਼ਾਮ ਵੀ ਹੋ ਸਕਦੇ ਨੇ, ਟਰਾਲੀਆਂ ਤਾਂ ਪਾਈਆਂ ਹੋਈਆਂ ਨੇ ਉੱਪਰ, ਕੋਈ ਬਾਤ ਨਹੀਂ, ਉਹ ਵੀ ਚੱਲ ਜਾਂਦਾ। ਲੇਕਿਨ ਜਿਹੜੀ ਇੱਕ ਸੋਚਣ ਵਾਲੀ ਗੱਲ ਇਹ ਹੈ ਕਿ ਉਹਦੇ 'ਚ ਨੌਜਵਾਨ ਵੀ ਨੇ, ਮੇਰਾ ਖਿਆਲ ਹੈ 18 ਸਾਲ ਤੋਂ ਘੱਟ ਵੀ ਕੋਈ ਬੱਚੇ ਮੈਂ ਦੇਖੇ ਵਿੱਚ, ਬਜ਼ੁਰਗ ਬਹੁਤ ਨੇ। ਸਰਦੀ ਦਾ ਮੌਸਮ ਹੈ, ਇੱਕ ਬੰਦੇ ਨੇ ਵੀ ਇਹ ਨਹੀਂ ਕਿਹਾ ਕਿ ਅਸੀਂ ਮੈਡੀਕਲ ਟੀਮ ਵੀ ਨਾਲ ਲੈ ਕੇ ਚੱਲੇ ਹਾਂ ਜਾਂ ਅਸੀਂ ਦਵਾਈਆਂ ਵੀ ਨਾਲ ਲੈ ਕੇ ਚੱਲੇ ਹਾਂ। ਇਹ ਜ਼ਰੂਰ ਕਹਿੰਦੇ ਆ ਕਿ 6 ਮਹੀਨੇ ਦਾ ਸਾਡੇ ਕੋਲ ਰਾਸ਼ਨ ਹੈ, ਸਾਡੇ ਕੋਲ ਇਹ ਹੈ, ਸਾਡੇ ਕੋਲ ਉਹ ਹੈ, ਅਸੀਂ ਮੱਖੀ ਦੀ ਅੱਖ 'ਚ ਤੀਰ ਮਾਰ ਦੇਣਾ। ਲੇਕਿਨ ਇਹ ਕਿਸੇ ਬੰਦੇ ਨੇ ਨਹੀਂ ਕਿਹਾ ਕਿ ਸਾਡੇ ਨਾਲ ਮੈਡੀਕਲ ਟੀਮ ਵੀ ਹੈ, ਅਸੀਂ ਆਪਣੇ ਹਿਫਾਜ਼ਤ ਦੇ ਨਾਲ ਚੱਲੇ ਹਾਂ। ਅਗਰ ਕਿਸੇ ਨੂੰ ਸਿਰ ਦਰਦ, ਪੇਟ ਦਰਦ, ਕਿਸੇ ਨੂੰ ਨਜ਼ਲਾ ਜ਼ੁਕਾਮ, ਬਿਮਾਰੀ, ਕੋਈ ਵੀ ਬਿਮਾਰ ਹੋ ਜਾਂਦਾ ਹੈ, ਅਸੀਂ ਉਹਦੀ ਦੇਖਭਾਲ ਕਰਾਂਗੇ। ਇੱਕ ਬੰਦੇ ਨੇ ਨਹੀਂ ਕਿਹਾ ਇਹ ਵਿੱਚ। ਦੂਸਰਾ, ਠੀਕ ਹੈ 6 ਮਹੀਨੇ ਦਾ ਰਾਸ਼ਨ ਤੁਹਾਡੇ ਕੋਲ ਹੈ, ਨਹਾਉਣ ਨੂੰ ਪਾਣੀ ਵੀ ਤੁਸੀਂ ਲੈ ਲਿਆ, ਸਾਰਾ ਕੁਛ ਕਰ ਲਿਆ, ਮੈਂ ਮੰਨਦਾ ਬਿਲਕੁਲ, ਲੱਖਾਂ ਦੀ ਤਾਦਾਦ ਵਿੱਚ ਤੁਹਾਡੇ ਨਾਲ ਸਪੋਰਟਰ ਵੀ ਹੈ, ਬੰਦੇ ਵੀ ਹੈ, ਕੋਈ ਬਾਤ ਨਹੀਂ, ਹੋ ਜਾਂਦਾ ਹੈ, ਮੰਨਦੇ ਹਾਂ, ਬਿਲਕੁਲ ਸੱਚਾਈ ਹੈ। ਲੇਕਿਨ ਆਪ ਜੀ ਨੇ ਇਹ ਸੋਚਿਆ ਕਿ ਜਿਹੜੀ ਨੈਚੁਰਲ ਕਾਲ ਹੈ, ਲੈਟਰਿਨ ਪਿਸ਼ਾਬ ਕਰਨਾ ਹੈ, ਇੰਨੇ ਲੱਖਾਂ ਬੰਦਿਆਂ ਨੇ, ਉਹਦਾ ਕੋਈ ਪ੍ਰਬੰਧ ਹੈ ਆਪ ਜੀ ਦੇ ਕੋਲ ਕੋਈ ਜਵਾਬ? ਆਪ ਜੀ ਨੇ ਲੰਗਰ ਵੀ ਛਕਾ ਦੇਣੇ ਆ, ਕੱਚੇ ਪੱਕੇ ਲੰਗਰ ਹੁੰਦੇ ਆ, ਕਿਸ ਤਰ੍ਹਾਂ ਵੀ ਛਕ ਕੇ ਪੇਟ ਭਰ ਲਿਆ, ਕੋਈ ਗੱਲ ਨਹੀਂ, ਭਰ ਲਿਆ। ਲੇਕਿਨ ਜਦੋਂ ਤੁਹਾਨੂੰ ਹਾਜਤ ਆਉਣੀ ਹੈ, ਟੱਟੀ ਪਿਸ਼ਾਬ ਦੇ ਵਿੱਚ ਤੁਸੀਂ ਜਾਣਾ ਹੈ, ਉਹਦੇ ਪ੍ਰਬੰਧ ਦੇ ਬਾਰੇ ਕੋਈ ਸੋਚਿਆ ਵੀ ਤੁਸੀਂ ਕੋਈ ਟਰਾਲੀ ਨਾਲ ਲੈ ਕੇ ਚੱਲਿਓ ਜਿਹਦੇ ਕਿ ਤੁਸੀਂ ਉਹ ਪਖਾਨਾ ਵਗੈਰਾ ਕਰੋਗੇ? ਬਿਲਕੁਲ ਕਿਸੇ ਦਾ ਕੋਈ ਜਵਾਬ ਨਹੀਂ ਆਇਆ, ਬਿਲਕੁਲ ਕਿਸੇ ਨੇ ਕੁਛ ਨਹੀਂ ਕਿਹਾ। ਕਿਉਂ? ਇਹ ਸੋਚਣ ਵਾਲੀ ਗੱਲ ਨਹੀਂ ਸੀ। ਉਸ ਤੋਂ ਅੱਗੇ ਆ ਜਾਓ, ਮੰਨ ਲਓ ਇਹ ਸਾਰੀ ਵਹੀਰ ਜਿਹੜੀ ਹੈ ਸਾਰੇ ਪਾਸਿਆਂ ਤੋਂ, ਹਿੰਦੁਸਤਾਨ ਤੋਂ ਦਿੱਲੀ ਜਾ ਜਾਂਦੀ ਹੈ, ਮੰਨ ਲਓ ਦਿੱਲੀ ਚਲੇ ਗਏ, ਮੰਨ ਲਓ ਦਿੱਲੀ ਚਲੇ ਗਏ, ਤੇ ਜਿਹੜੇ ਲੀਡਰ ਲੋਕ ਹੈ ਉਹਨਾਂ ਨੂੰ ਆਪਣੇ ਆਪ 'ਤੇ ਯਕੀਨ ਹੈ ਕਿ ਉਹਨਾਂ ਦਾ ਕਹਿਣਾ ਮੰਨਣਗੇ ਸਾਰੇ ਲੋਕ, ਔਰ ਉੱਥੇ ਤੋੜ ਫੋੜ ਜਾਂ ਲੁੱਟਮਾਰ ਜਾਂ ਨੁਕਸਾਨ ਨਹੀਂ ਪਹੁੰਚਾਉਣਗੇ। ਪਬਲਿਕ ਜਿਹੜੀ ਟਰਾਂਸਪੋਰਟ ਹੈ ਜਾਂ ਹੋਰ ਕੋਈ ਪਬਲਿਕ ਦਾ ਸਮਾਨ ਹੈ,
ਸਰਕਾਰੀ ਹੈ, ਜਿਹੜੇ ਲੀਡਰ ਅੱਗੇ ਲੱਗੇ ਨੇ ਉਹਨਾਂ ਨੂੰ ਆਪਣੇ ਆਪ 'ਤੇ ਯਕੀਨ ਹੈ ਕਿ ਆਪ ਜੀ 'ਤੇ ਭਰੋਸਾ ਰੱਖ ਕੇ ਸਾਰੀ ਜਿਤਨੀ ਜਨਤਾ ਤੁਹਾਡੇ ਨਾਲ ਜਾ ਰਹੀ ਹੈ, ਇਹਦੇ 'ਚ ਕੋਈ ਸ਼ਰਾਰਤੀ ਆਦਮੀ ਨਹੀਂ ਹੈਗਾ। ਆਪ ਜੀ ਕੋਲ ਸਰਟੀਫਿਕੇਟ ਨੇ ਇਹਨਾਂ ਦੇ, ਆਪ ਜੀ ਨੂੰ ਪਤਾ ਹੈ ਕਿ ਕੋਈ ਵਿੱਚ ਸ਼ਰਾਰਤੀ ਨਹੀਂ ਹੈਗੇ ਬੰਦੇ, ਸਾਰੇ ਠੀਕ ਠਾਕ ਹੈ ਬਿਲਕੁਲ। ਅਗਰ ਬਾਈ ਦੀ ਵੇ ਆਪ ਪਹੁੰਚ ਜਾਂਦੇ ਹੋ, ਉੱਥੇ ਜਾ ਕੇ ਕੋਈ ਬੰਦਾ ਸ਼ਰਾਰਤ ਸ਼ੁਰੂ ਕਰ ਦਿੰਦਾ ਹੈ, ਲੁੱਟਮਾਰ ਹੋ ਜਾਂਦੀ ਹੈ, ਕੋਈ ਹੋਰ ਬਿਮਾਰ ਹੋ ਜਾਂਦੇ ਹੈ, ਕੁਛ ਆਪ ਜੀ ਕੋਲ ਕੋਈ ਪ੍ਰਬੰਧ ਹੈ? ਆਪ ਜੀ ਨੇ ਅਗਰ ਸਰਕਾਰ ਕੋਲੋਂ ਇਹ ਇਜਾਜ਼ਤ ਮੰਗੀ ਸੀ ਕਿ ਸਾਨੂੰ ਉੱਥੇ ਇਜਾਜ਼ਤ ਦਿੱਤੀ ਜਾਵੇ, ਸਰਕਾਰ ਨੇ ਵੀ ਕੁਛ ਸੋਚਿਆ ਹੋਣਾ ਇਸ ਵਿੱਚ। ਇਤਨੇ ਲੱਖਾਂ ਬੰਦੇ ਨੂੰ ਆਉਣਾ ਹੈ, ਲੱਖਾਂ ਬੰਦੇ ਨੇ ਆਉਣਾ ਹੈ, ਉਹਨਾਂ ਦਾ ਟੱਟੀ ਪਿਸ਼ਾਬ ਦੀ ਗੱਲ ਵੀ ਹੈ, ਉਹਨਾਂ ਦੇ ਠਹਿਰਨ ਦੀ ਗੱਲ ਵੀ ਹੈ, ਸਰਦੀ ਦਾ ਮੌਸਮ ਹੈ, ਬਰਸਾਤ ਵੀ ਪੈ ਸਕਦੀ ਹੈ, ਅਤੇ ਉਹਦੇ 'ਚ ਕਿਆ ਬਣੇਗਾ? ਅਸੀਂ ਤਾਂ ਇੱਕ ਸਰਕਾਰ ਦੇ ਪਿੱਛੇ ਲੱਗ ਗਏ ਕਿ ਸਰਕਾਰ ਨੇ ਆਹ ਕਹਿ ਤਾ ਅਸੀਂ ਨਹੀਂ ਕਰਨਾ, ਆਹ ਕਹਿ ਤਾ ਅਸੀਂ ਨਹੀਂ ਮੰਨਣਾ। ਚਲੋ ਮੰਨ ਲਿਆ ਨਹੀਂ ਮੰਨਣਾ, ਪਰ ਆਪਣੀ ਸਹੂਲਤ ਵਾਸਤੇ ਦੇਖੋ। ਅਗਰ ਇਹ ਜਿਹੜੇ ਤੁਹਾਡੇ ਨਾਲ ਵਹੀਰ ਜਾਰੀ ਹੈ, ਇਹਦੇ 'ਚ ਇਹ ਨਾ ਜਿਹੜੇ ਲੀਡਰ ਲੋਕ ਨੇ, ਮੈਂ ਉਹਨਾਂ ਨੂੰ ਇੱਕ ਸਾਫ਼ ਗੱਲ ਕਰ ਦਿੰਦਾ, ਮੈਂ ਅਗਰ ਆਪ ਨੂੰ ਭਰੋਸਾ ਹੈ ਪੂਰੀ ਜਨਤਾ 'ਤੇ, ਜਿਹੜੀ ਆਪ ਦੇ ਨਾਲ ਜਨਤਾ ਚੱਲ ਰਹੀ ਹੈ, ਕਿ ਇਹਨਾਂ 'ਚ ਕੋਈ ਸ਼ਰਾਰਤੀ ਬੰਦਾ ਨਹੀਂ, ਤੇ ਮੈਂ ਕਹਾਂਗਾ ਕਿ ਆਪ ਦਾ ਤਜਰਬਾ ਘੱਟ ਹੈ। ਆਪ ਅਜੇ ਇਤਨੇ ਵੱਡੇ ਅੰਦੋਲਨ ਕਰਨ ਦੇ, ਆਗੂ ਬਣਨ ਦੇ, ਲੀਡ ਕਰਨ ਦੇ ਤੁਸੀਂ ਅਜੇ ਨਹੀਂ ਹੋਏ ਇਹਦੇ ਲਾਇਕ। ਇਤਨੇ ਵੱਡਾ ਅੰਦੋਲਨ, ਇੰਨੇ ਪਬਲਿਕ, ਔਰ ਤੁਹਾਨੂੰ ਇਹ ਵੀ ਨਹੀਂ ਪਤਾ ਵੀ ਇਹਦੇ 'ਚ ਸ਼ਰਾਰਤੀ ਬੰਦੇ ਵੀ ਜਾ ਸਕਦੇ ਨੇ, ਮੇਰੇ ਵਰਗੇ ਨਸ਼ੇੜੀ ਵੀ ਜਾਣਗੇ, ਲੁੱਟਮਾਰ ਕਰਨ ਵਾਲੇ ਵੀ ਜਾਣਗੇ। ਇਹ ਕੋਈ ਛੋਟਾ ਬਾਜ਼ਾਰ ਤਾਂ ਹੈ ਨਹੀਂ, ਦਿੱਲੀ ਹੈ, ਪੂਰੀ ਦੁਨੀਆ ਦੇ ਜਦੋਂ ਉੱਥੇ ਜਿਹੜਾ ਤੁਸੀਂ ਕਰੋਗੇ ਪੂਰੀ ਦੁਨੀਆ 'ਚ ਜਾਣਾ ਹੈ ਉਹ। ਇਹਦੇ ਬਾਰੇ ਆਪਾਂ ਕਦੇ ਨਹੀਂ ਸੋਚਿਆ। ਚਲੋ ਸੋਚੋ। ਉਸ ਤੋਂ ਅਗਲੀ ਗੱਲ ਆ ਜਾਂਦੇ ਆਪਾਂ, ਧਾਰਮਿਕ ਜਗ੍ਹਾ ਦਾ ਆਸਰਾ ਲੈਣਾ। ਕੱਲ੍ਹ ਮੈਂ ਦੇਖ ਰਿਹਾ ਸੀ, ਦੋ ਲੀਡਰ ਸਾਹਿਬਾਨ ਨੇ, ਉਹ ਇੱਕ ਗੁਰਦੁਆਰਾ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਆਪਣੇ ਡੇਰੇ ਨੇ ਗ੍ਰਿਫਤਾਰੀ। ਕਮਾਲ ਹੋ ਗਿਆ ਬਾਈ, ਤੁਹਾਡਾ ਗੁਰਦੁਆਰੇ ਨਾਲ ਕੀ ਤਾਲੁਕ ਹੈ ਇਸ ਟਾਈਮ? ਅੰਦੋਲਨ ਦਾ ਕੀ ਗੁਰਦੁਆਰਿਆਂ ਨਾਲ ਤਾਲੁਕ ਹੈ? ਪਹਿਲਾਂ ਤੁਸੀਂ ਪੂਰੀਆਂ ਪਾ ਲਈਆਂ। ਅਗਰ ਤੁਸੀਂ ਗੁਰਦੁਆਰਿਆਂ ਦਾ ਸਹਾਰਾ ਲੈ ਕੇ 84 'ਚ ਤੁਸੀਂ ਕਿੰਨਾ ਨੁਕਸਾਨ ਕਰਾਇਆ, ਤੋ ਹੁਣ ਵੀ ਤੁਸੀਂ ਗੁਰਦੁਆਰਿਆਂ ਦਾ ਸਹਾਰਾ ਲੈ ਕੇ ਉੱਥੇ ਕਰ ਰਹੇ ਹੋ। ਠੀਕ ਹੈ, ਤੁਹਾਨੂੰ ਲੰਗਰ ਛਕਾ ਸਕਦਾ ਗੁਰਦੁਆਰਾ ਸਾਹਿਬ, ਤੁਹਾਨੂੰ ਇੱਕੇ ਦੁੱਕੇ ਨੂੰ ਰਹਿਣ ਨੂੰ ਜਗ੍ਹਾ ਦੇ ਸਕਦਾ ਗੁਰਦੁਆਰਾ ਸਾਹਿਬ, ਪਰ ਜੇ ਤੁਸੀਂ ਉੱਥੇ ਖੜੇ ਹੋ ਕੇ ਹੰਗਾਮਾ ਕਰਕੇ, ਤੁਸੀਂ ਡਰਾਮਾ ਕਰਕੇ ਤੁਸੀਂ ਆਪਣੀਆਂ ਗ੍ਰਿਫਤਾਰੀਆਂ ਗੁਰਦੁਆਰੇ 'ਚ ਦੇਣਾ ਸ਼ੁਰੂ ਕਰ ਦਿਓ, ਬਿਲਕੁਲ ਠੀਕ ਨਹੀਂ। ਚਾਹੇ ਮੇਰੀ ਗੱਲ 'ਤੇ ਕੋਈ ਸਹਿਮਤ ਹੈ ਜਾਂ ਨਹੀਂ, ਮੈਨੂੰ ਨਹੀਂ ਇਸਦਾ ਮਤਲਬ। ਦੋ ਲੀਡਰ ਕਹਿ ਰਹੇ ਆਪਣੇ ਆਪ ਨੂੰ, ਔਰ ਲੋਕਾਂ ਨੂੰ ਸਮਝਾ ਰਹੇ हैं कि आप जो है कोई ऐसा हरकत नहीं करना, कोई वैसी हरकत नहीं करना, और आप गुरुद्वारे का सहारा लेके बाहर खड़े ने। मजनू टीला किहड़ा गुरुद्वारा उत्थे? एक होर मैं देख रहा सी वीडियो, जदों पुलिस ने उन्होंने रोकिया, सिंह सी दो तीन गड्डी 'च, तो वो कहते साडे कोल तो महाराज दी देह असीं लैके चले हां किते। चलो लैके चले होने, कोई सानू कोई इसदा असीं क्यों गहराई च नहीं जाइए, लेकिन जिहड़ी गिरफ्तारी गुरुद्वारे के कोल जाके देनी है, क्या मतलब तुहाडा इतना दिल्ली पे असीं किसी होर जगह गिरफ्तारी नहीं तुसीं दे सकते? कमाल हो गई। धार्मिक स्थानां दा लेना तुसीं सहारा लेना, यह अंदोलन है, अंदोलन करो अपने तरीके नाल करो, लेकिन धार्मिक भावनावां वाली गल ना करो बिल्कुल। हुण अगे आ जांदे आपां, जदों भी कोई अंदोलन होया है, ये 50 साल का जिहड़ा है रिजल्ट है कि उस अंदोलन चों कोई ना कोई धिर उभर के निकलती है, और वो धिर ऐसी उभर के निकलती है कि वो अंदोलन की जिहड़ी है दिशा ही बदल दिंदी है। हुण सन 1970 की गल आ जाओ, सरकार बदली गई सी, वो भी एक अंदोलन ही सी। उस तो बाद होर भी होए इस तरह ही। आ हजारे वाली दे जिहड़े बच्चे हैं, इन्हों सारे नूं पता है हजारे वाली गल दा, उत्थों भी एक लीडरशिप निकली है।
इस अंदोलन च भी लीडरशिप निकलनी है, इस कोई शक नहीं, इस कोई शक नहीं। वो चाहे छोटा जमींदार या जिसको नहीं ज़मीन वो भी नाल लग्या है कि मजदूर संगठन है, ये है वो है, कोई गल नहीं, लगे हैं लगो। लेकिन इहदे चों भी एक पक्ष निकल के आना अगे लीडरशिप का, कोई शक नहीं इहदे च, वो कोई भी होवे। और जिहड़े बंदे ने निकलना है उन्होंने अपना टारगेट बनाया है। ये जिहड़ी हजूम जिहड़ा पिछे लग्या है, ये हजूम पिछे उवें नहीं लाया अगलियां ने, हजूम जिहड़ा पिछे लग्या है वो उन्हां दा एक टारगेट है। हुण आओ समझिए थोड़ा जिहा, जिमीदार जिहड़े सरकार ने कानून बनाए ते इन्हां दे आपां ना मैं इन्हां दी खिलाफत करदा ना मैं इन्हां दे हक च बोलदा, क्योंकि इतना वड्डा अंदोलन जो खड़ा होया है तो तकलीफ है लोगों को, तां ही खड़ा होया, नहीं तो इतना वड्डा अंदोलन खड़ा नहीं हुंदा कदे भी। लेकिन मैनूं ये पता ज़्यादा तक जिमीदार 5 एकड़ तो घट ने, दूसरी कैटागरी 5 तो 10 एकड़ तक दी है, तीसरी 10 तो 15 तक दी है, उस तो चौथी आ गई 15 तो 20 तक दी। मन के चलो एक मरबे तक दी 25 किले तक दी है तीसरी घड़ी, चौथी फिर इस तो उपर आ जाती है, उन्होंने कोई लिमिट नहीं हैगी, वो 100 एकड़ भी हो सकती है, 500 एकड़ भी, 1000 एकड़ भी कितना हो सकती है, वो अगली गल है। हुण जदों असीं देखते हैं हजूम, मैनूं तो नहीं लगता कि सारे जिहड़े लोग हैं वो एक मरबे के मालक ही होण। मैनूं नहीं उहदे कल देखने च लग्या कि सारे लोग जो है 10 किले के मालक होण। उन्हां च लग्या कि जिहड़े 5 एकड़ तो घट लोग ने वही उछल उछल के अगे आ रहे हैं, वही सारा काम जिहड़े अगे बड़े जोश च ने वो। और जिहड़े मरबे के मालक ने वो अजे थोड़ा जोश घट दिखाउंदे ने, और जिहड़े मरबे तो उपर ने वो तो जोश है ही नहीं, वो तो तुहानूं हल्लाशेरी दे के एक पासे है। दसो तुहाडे जिहड़े कल दे तुसीं या परसों दे तुसीं आ हल्लाशेरी कर गए हो, जिहड़े एक मरबे तो उपर दे जिमीदार ने 100 एकड़ 200 एकड़ 500 एकड़ 1000 एकड़, वो तुहाडे नाल किन्ने क अगे चल रहे हैं जी। लेकिन एक गल याद रखो, जदों बागडोर हत्थ आउणी है, इस जो लीडरशिप निकलनी है, तो वो एक मरबे वाले दे हत्थ नहीं आउणी। वो तुसीं सिर्फ क्या कर सकते, एक मरबे तक दे ज़्यादा मैंबर पंचायत या पिंड के सरपंच या तुहानूं एक जिले की कोई छोटी मोटी अहुदेदारी, इहो जिहा काम हो सकता है। लेकिन जिहड़ी मेन लीडरशिप है वो फिर भी वड्डे जिमीदारों को जानी है, जिहड़े 500 1000 एकड़ के मालक ने। तुहानूं एक गल समझ नहीं आई आप जी नूं, आ जिहड़ी 5 मैंबरी कमेटी बनाई सी, जिहड़े सरकार नाल गल करन गई सी, इहदे च किहड़े बंदे सन? उस तो बाद जदों 7 मैंबरी कमेटी आई, तब्दीली हुई, उहदे च किहड़े बंदे सन? जिहड़े बंदे सरकार दे नाल गल करन गए, वो देखो तुसीं गल की करके आउणगे, की कर रहे हैं, सानूं मैनूं कोई मतलब नहीं दिंदा। असीं रिजल्ट देखना, इहदा रिजल्ट देखना, क्या रिजल्ट निकलदा इहदा, क्योंकि काफ़ी दिन हो गए इस अंदोलन नूं, रिजल्ट देखना। लेकिन ये जरूर है कि उहदे च जिहड़ा होना, इसदे एंड च मैनूं बहुत नतीजा भयंकर लग रहा इहदे च। फिर मैं दस दिना, इहदे च कोई मैनूं डर नहीं, कोई मैनूं कहण च हिचक नहीं। इस अंदोलन का जिहड़ा आखिरी सिट्टा है वो बहुत बहुत मैनूं भयंकर लग रहा। मैं उस सिट्टे नूं सोचण तो भी इनकार ही करदा, रब ना करे वो सिट्टे निकल नहीं दे, रब ना करे। लेकिन जिहड़े हालात ने
ਜਿਹੜੇ ਹਾਲਾਤ ਬਣ ਚੁੱਕੇ ਨੇ, ਜਿਹੜੇ ਹਾਲਾਤ ਹਰ ਘੰਟੇ ਦੇ ਬਾਅਦ ਬਦਲਦੇ ਜਾ ਰਹੇ ਨੇ, ਉਹਨਾਂ ਦੇ ਹਾਲਾਤਾਂ ਦੇ ਮੁਤਾਬਕ ਜਿਹੜਾ ਕੋਈ ਬੰਦਾ ਸੋਚੇਗਾ ਉਹ ਇਹੀ ਸੋਚੇਗਾ ਕਿ ਇਹਦਾ ਰਿਜ਼ਲਟ ਜੋ ਹੈ ਉਹ ਅੱਛਾ ਨਿਕਲਣ ਵਾਲਾ ਨਹੀਂ। ਗੌਰਮੈਂਟ ਤਿੰਨੇ ਆਰਡੀਨੈਂਸ ਜੋ ਹੈ ਵਾਪਸ ਲਵੇ ਨਾ ਲਵੇ, ਇਹਦੇ ਬਾਰੇ 'ਚ ਮੈਂ ਕੋਈ ਨਹੀਂ ਗੱਲ ਕਰਦਾ, ਲੇਕਿਨ ਜਿਹੜਾ ਅੰਦੋਲਨ ਚੱਲ ਰਿਹਾ ਹੈ, ਇਹਦੇ ਜਿਹੜੇ ਲੀਡਰਸ਼ਿਪ ਹੈ, ਇਹਦੀ ਜਿਹੜੇ ਲੀਡਰਸ਼ਿਪ ਅੰਦੋਲਨ ਨੂੰ ਚਲਾ ਰਹੀ ਹੈ, ਉਹਨਾਂ ਨਾਲ ਗੱਲ ਕਰ ਰਿਹਾ ਮੈਂ। ਉਹ ਸੋਚਣ ਇਸ ਗੱਲ ਨੂੰ, ਉਹਨਾਂ ਦਾ ਕੰਮ ਹੈ ਸੋਚਣਾ। ਉਹ ਲੀਡ ਕਰ ਰਹੇ ਨੇ ਸਮਾਜ ਨੂੰ, ਔਰ ਸਮਾਜ ਵੀ ਐਸਾ ਜਿਹੜਾ ਪੂਰੇ ਹਿੰਦੁਸਤਾਨ ਦੇ ਵਿੱਚ ਜਿਹਦਾ ਤਲਕ ਹੈ, ਸਮਾਜ ਵੀ ਐਸਾ ਜਿਹਨੇ ਅੰਨ ਪਾਣੀ ਅੰਨ ਉਗਾ ਕੇ ਪਬਲਿਕ ਨੂੰ ਦੇਣਾ, ਉਹ ਸਮਾਜ ਵੀ ਐਸਾ ਜਿਹੜਾ ਕਿ ਬਹੁਤ ਘੱਟ ਲੋਕ ਜਿਹੜੇ ਐਡਵਾਂਸ ਨੇ, ਬਾਕੀ ਪਿਛੜੇ ਹੋਏ ਨੇ, ਜਿਹੜੇ ਕਿ ਅਜੇ ਵੀ ਪੁਰਾਣੇ ਤਰੀਕੇ ਦੀ ਖੇਤੀ ਨਾਲ ਕੰਮ ਕਰ ਰਹੇ ਨੇ। ਔਰ ਜ਼ਮੀਨਾਂ ਬਹੁਤ ਥੋੜ੍ਹੀਆਂ ਨੇ, ਥੋੜ੍ਹੀਆਂ ਜ਼ਮੀਨਾਂ ਵੀ ਜਿਹੜੀਆਂ ਬੈਂਕਾਂ 'ਚ ਰਹਿਣ ਰੱਖੀਆਂ ਹੋਈਆਂ ਨੇ, ਲਿਮਟਾਂ ਬਣੀਆਂ ਨੇ, ਕਿਸਾਨਾਂ ਦੀ ਬੁਰੀ ਹਾਲਤ ਹੈ। ਲੇਕਿਨ ਫਿਰ ਵੀ ਅਸੀਂ ਸੋਚਦੇ ਹਾਂ ਕਿ ਇਹ ਜਿਹੜਾ ਅੰਦੋਲਨ ਹੈ, ਇਹਦੀ ਜਿਹੜੀ ਲੀਡਰਸ਼ਿਪ ਹੈ, ਜਿਹੜੀ ਹੁਣ ਇਹ ਅਗਵਾਈ ਕਰ ਰਹੀ ਹੈ, ਉਹ ਇਸ ਨੂੰ ਅੱਛੇ ਤਰੀਕੇ ਦੇ ਨਾਲ ਹੈਂਡਲ ਕਰੇ, ਅੱਛੇ ਤਰੀਕੇ ਦੇ ਨਾਲ ਚੱਲੇ, ਤਾਂ ਜਾ ਕੇ ਇਹ ਸਿਰੇ ਚੜ੍ਹ ਸਕਦਾ ਹੈ। ਲੇਕਿਨ ਫਿਰ ਵੀ ਸੋਚਣਾ ਪਏਗਾ, ਅਗਰ ਸਾਰੇ ਹੀ ਲੋਕ ਦਿੱਲੀ ਚਲੇ ਜਾਂਦੇ ਹੈ, ਪਹਿਲੀ ਗੱਲ ਤਾਂ ਸਰਕਾਰ ਦੇ ਬੜੇ ਇੰਤਜ਼ਾਮ ਹੁੰਦੇ ਨੇ, ਆਖਰੀ ਟਾਈਮ ਤਾਂ ਸਰਕਾਰ ਕਹਿ ਦਿੰਦੀ ਆ 5 10 15 ਬੰਦੇ ਜਾਂ ਕੁਛ ਬੰਦੇ ਆ ਕੇ ਗੱਲ ਕਰ ਲਓ, ਕੋਈ ਐਸੀ ਗੱਲ ਨਹੀਂ। ਸਰਕਾਰ ਨੂੰ ਪਤਾ ਇਤਨੇ ਲੋਕ ਦਿੱਲੀ 'ਚ ਵੜਨਗੇ, ਅਤੇ ਬਿਮਾਰੀ ਵੀ ਹੈ ਔਰ ਇਮਾਨਦਾਰੀ ਵੀ ਅੱਜ ਕੱਲ੍ਹ ਬਹੁਤ ਘੱਟ ਹੈ। ਕਿਹੋ ਜਿਹੇ ਬੰਦੇ ਜਾਣਗੇ ਕੋਈ ਪਤਾ ਨਹੀਂ ਕਿਸੇ ਨੂੰ। ਇੱਥੇ ਸਾਰੀ ਜਿਹੜੀ ਗੱਲਬਾਤ ਆ ਜਾਂਦੀ ਆ ਉਹ ਲੀਡਰਸ਼ਿਪ 'ਤੇ ਆ ਜਾਂਦੀ ਹੈ। ਮੈਂ ਤਾਂ ਹੱਥ ਜੋੜ ਕੇ ਇੱਕ ਨਿਵੇਦਨ ਕਰਦਾ ਲੀਡਰਸ਼ਿਪ ਨੂੰ, ਆਪਣੀ ਲੀਡਰੀ ਚਮਕਾਉਣ ਵਾਸਤੇ, ਆਪਣੀ ਲੀਡਰੀ ਚਮਕਾਉਣ ਵਾਸਤੇ ਲੋਕਾਂ ਨੂੰ ਗੁੰਮਰਾਹ ਨਾ ਕਰੋ। ਐਜੀਟੇਸ਼ਨ ਹੁੰਦੀ ਹੈ, ਅੰਦੋਲਨ ਚੱਲਦੇ ਨੇ, ਉਹਨਾਂ ਦਾ ਤਰੀਕਾ ਹੈ ਲੋਕਾਂ ਦੇ ਉਭਾਰ ਕੇ, ਲੋਕਾਂ ਦੇ ਉਭਾਰ ਕੇ ਜਿਹੜੇ ਉਹਨਾਂ ਦੇ ਖਿਆਲਾਤ ਨੇ, ਮਨ ਦੇ ਭਾਵ ਨੇ, ਉਭਾਰ ਕੇ ਤੁਸੀਂ ਇਤਨਾ ਉੱਪਰ ਉਠਾ ਦਿਓ ਕਿ ਉਹ ਮੁੜਨ ਜੋਗੇ ਨਾ ਰਹਿਣ। ਇਹ ਤੁਹਾਡਾ ਕੰਮ ਹੈ ਸੋਚਣਾ। ਇਹ ਤੁਸੀਂ ਲੀਡ ਕਰ ਰਹੇ ਹੋ ਸਮਾਜ ਨੂੰ, ਔਰ ਸਮਾਜ ਉਹ ਇੱਕ ਸਟੇਟ ਦਾ ਨਹੀਂ ਹੈਗਾ, ਸਾਰੀ ਸਟੇਟਸ ਦੇ ਹੈਗੇ ਨੇ। ਔਰ ਸਮਾਜ ਉਹ ਹੈ ਜਿਹਦੇ ਬੱਚੇ ਪੁਲਿਸ 'ਚ ਵੀ ਨੇ, ਆਰਮੀ ਵਿੱਚ ਵੀ ਨੇ, ਹੋਰ ਜਿਹੜੀ ਬੈਲਟ ਫੋਰਸਿਸ ਹੈ ਉਹਨਾਂ 'ਚ ਵੀ ਨੇ। ਜਿਹੜੇ ਤੁਹਾਡੇ ਸਾਹਮਣੇ ਜਵਾਨ ਖੜ੍ਹੇ ਨੇ ਪੁਲਿਸ ਦੇ, ਉਹ ਵੀ ਤੁਹਾਡੇ ਹੀ ਬੱਚੇ ਨੇ, ਜ਼ਿਮੀਂਦਾਰਾਂ ਦੇ ਬੱਚੇ ਨੇ ਜ਼ਿਆਦਾਤਰ। ਉਹ ਵੀ ਜਦੋਂ ਦੇਖਦੇ ਨੇ ਹੁਣੇ ਨੇ ਕਿ ਸਾਡੇ ਬਜ਼ੁਰਗ ਜੋ ਹੈ ਉਹ ਅੱਗੇ ਆ ਰਹੇ ਨੇ, ਇੱਕ ਪਾਸੇ ਸਰਕਾਰ ਦਾ ਹੁਕਮ ਹੈ, ਇੱਕ ਪਾਸੇ ਉਹਨਾਂ ਨੂੰ ਤੁਹਾਡਾ ਸਮਾਜ ਦਾ ਦੇਖਣਾ ਪੈਂਦਾ ਕਿ ਸਾਡੇ ਬਜ਼ੁਰਗ ਵੀ ਇਹੋ ਜਿਹੇ ਨੇ। ਉਹਨਾਂ ਦੇ ਦਿਲਾਂ 'ਤੇ ਕੀ ਬੀਤੀ ਹੋਏਗੀ ਆਪੇ ਦੱਸੋ। ਜਿਹੜੇ ਆਪ ਨੂੰ ਰੋਕ ਰਹੇ ਨੇ ਇਸ ਟਾਈਮ ਪੁਲਿਸ ਦੇ ਜਵਾਨ, ਉਹ ਜ਼ਿਮੀਂਦਾਰਾਂ ਦੇ ਬੱਚੇ ਨੇ ਬਹੁਤ ਜ਼ਿਆਦਾ। ਉਹ ਜਦੋਂ ਤੁਹਾਨੂੰ ਰੋਕਦੇ ਨੇ ਉਹਨਾਂ ਨੂੰ ਵੀ ਫੀਲ ਹੁੰਦਾ ਇਸ ਗੱਲ ਦਾ ਕਿ ਅਸੀਂ ਕਿਆ ਕਰ ਰਹੇ ਹਾਂ, ਕਿਆ ਹੋ ਰਿਹਾ। ਲੇਕਿਨ ਜਿਹੜੀ ਲੀਡਰਸ਼ਿਪ ਹੈ, ਮੈਂ ਫਿਰ ਦੁਬਾਰਾ ਦੁਹਰਾਵਾਂਗਾ, ਲੀਡਰਸ਼ਿਪ ਜਿਹੜੀ ਆ ਉਹਨੂੰ ਸੋਚਣਾ ਪੈਣਾ। ਅਗਰ ਤੁਸੀਂ ਦਿੱਲੀ ਦੀ ਬਜਾਏ ਕੋਈ ਹੋਰ ਸਥਾਨ ਚੁਣ ਦਿੰਦੇ ਜਿੱਥੇ ਕਿ ਸਾਰੀ ਸੁਵਿਧਾਵਾਂ ਵੀ ਹੁੰਦੀਆਂ, ਹੋਰ ਵੀ ਹੁੰਦਾ, ਦਿੱਲੀ ਵੀ ਜਾਣਾ ਸੀ, ਇੱਕ ਤਰੀਕੇ ਨਾਲ ਚਲੇ ਜਾਂਦੇ। ਜਦੋਂ ਤੁਸੀਂ ਇੱਧਰੋਂ ਉੱਧਰੋਂ ਭੱਜ ਕੇ ਜਾਂਦੇ ਹੋ ਦਿੱਲੀ, ਜਿਸ ਤਰ੍ਹਾਂ ਕੱਲ੍ਹ ਵੀ ਮੈਂ ਆਪ ਨੂੰ ਦੱਸਿਆ 2 ਬੰਦੇ ਮਜਨੂ ਟੀਲਾ ਗੁਰਦੁਆਰੇ ਦੇ ਸਾਹਮਣੇ ਗ੍ਰਿਫਤਾਰੀ ਦਿੱਤੀ ਉਹਨਾਂ ਨੇ, ਲੀਡਰੀ ਚਮਕਾ ਲਈ ਉਹਨਾਂ 2 ਬੰਦਿਆਂ ਨੇ, ਇੱਧਰੋਂ ਉੱਧਰੋਂ ਘੁੱਸ ਕੇ ਬੈਠ ਕੇ ਜਾ ਕੇ।
ਜਦੋਂ ਇਹੋ ਜਿਹੀ ਉੱਥੇ ਜਾ ਕੇ ਜਿਹੜੀ ਸ਼ਰਾਰਤ ਅਗਰ ਕੋਈ ਹੋਏਗੀ, ਰੱਬ ਨਾ ਕਰੇ, ਕਿਆ ਜਿਹੜੀ ਲੀਡਰਸ਼ਿਪ ਨੂੰ ਲੀਡ ਕਰ ਰਹੀ ਹੈ ਇਸ ਅੰਦੋਲਨ ਨੂੰ, ਉਹ ਇਸ ਨੂੰ ਸੰਭਾਲ ਪਾਏਗੀ? ਅਜੇ ਰਸਤਾ ਲੰਬਾ ਹੈ। ਸਰਕਾਰ ਨੇ ਪੂਰੇ ਬੰਦੋਬਸਤ ਕੀਤੇ ਹੋਣੇ ਨੇ। ਸਰਕਾਰ ਦਾ ਵੈਸੇ ਨਹੀਂ ਕੰਮ ਹੁੰਦਾ ਕਿ ਉੱਠ ਕੇ ਚਲੇ ਗਏ। ਠੀਕ ਹੈ, ਸਰਕਾਰ ਦੇ ਉਹਨਾਂ ਨੇ ਖੱਡੇ ਖੋਦੇ ਨੇ, ਕਿਆ ਖੋਦੇ, ਉਹਨਾਂ ਦਾ ਆਪਣੀ ਜ਼ਿੰਮੇਵਾਰੀ ਹੈ। ਸਰਕਾਰ ਦੇ ਬਾਰੇ 'ਚ ਵੀ ਅਸੀਂ ਕੁਛ ਨਹੀਂ ਕਹਾਂਗੇ। ਅਸੀਂ ਤਾਂ ਸਿਰਫ ਤੁਹਾਡੇ ਵਾਸਤੇ ਗੱਲ ਕਰ ਰਹੇ ਹਾਂ ਕਿ ਤੁਸੀਂ ਇਤਨੇ ਵੱਡੇ ਅੰਦੋਲਨ ਨੂੰ ਲੀਡ ਕਰ ਰਹੇ ਹੋ, ਜਿਹਦੇ ਕਿ ਪੂਰੇ ਹਿੰਦੁਸਤਾਨ ਦਾ ਬੱਚਾ ਤੁਹਾਡੇ ਨਾਲ ਆ ਇਸ ਟਾਈਮ। ਔਰ ਉਹ ਅੰਦੋਲਨ ਇਤਨੇ ਸਿਖਰ 'ਤੇ ਪਹੁੰਚ ਚੁੱਕਿਆ ਹੈ ਕਿ ਸੋਚਣ ਵਾਲੇ ਨਤੀਜੇ ਜਿਹੜੇ ਸੋਚਦੇ ਹਾਂ ਅਸੀਂ, ਉਹ ਬਹੁਤ ਭਿਅੰਕਰ ਨਤੀਜੇ ਸਾਹਮਣੇ ਆਉਂਦੇ ਨੇ। ਰੱਬ ਨਾ ਕਰੇ ਕਿ ਇਹੋ ਜਿਹੇ ਭਿਅੰਕਰ ਨਤੀਜੇ ਨਿਕਲਣ ਇਸ ਅੰਦੋਲਨ 'ਚੋਂ। ਔਰ ਇਹ ਅੰਦੋਲਨ ਸਰਕਾਰ ਵੀ ਗੱਲ ਕਰੇ ਜ਼ਿਮੀਂਦਾਰਾਂ ਦੇ ਨਾਲ, ਔਰ ਜੋ ਜ਼ਿਮੀਂਦਾਰ ਦੀ ਗੱਲ ਠੀਕ ਹੈ ਉਸ ਨੂੰ ਮੰਨਿਆ ਵੀ ਜਾਵੇ, ਔਰ ਜ਼ਿਮੀਂਦਾਰਾਂ ਨੂੰ ਜੋ ਸਰਕਾਰ ਦੀ ਗੱਲ ਠੀਕ ਹੈ ਉਹ ਜ਼ਿਮੀਂਦਾਰ ਵੀ ਮੰਨ ਲੈਣ, ਤੇ ਬਹੁਤ ਅੱਛੀ ਗੱਲ ਹੈ। ਲੇਕਿਨ ਮੇਰਾ ਬਾਰ-ਬਾਰ ਰਿਪੀਟ ਮੈਂ ਇਹੀ ਗੱਲ ਕਰਦਾ ਕਿ 6 ਮਹੀਨੇ ਦਾ ਰਾਸ਼ਨ ਵੀ ਲੈ ਲਿਆ, ਨਹਾਉਣ ਨੂੰ ਪਾਣੀ ਵੀ ਲੈ ਲਿਆ, ਤਰਪਾਲਾਂ ਵੀ ਲਾ ਲਈਆਂ, ਦਵਾਈ ਬੂਟੀ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਕਿ ਮੈਡੀਕਲ ਟੀਮਾਂ ਵੀ ਸਾਡੇ ਨਾਲ ਹੈ, ਬਿਲਕੁਲ ਨਹੀਂ ਕਿਹਾ। 6 ਮਹੀਨੇ ਦਾ ਰਾਸ਼ਨ ਵੀ ਆ ਗਿਆ, ਲੇਕਿਨ ਪਿਸ਼ਾਬ ਪਾਣੀ ਦਾ ਜਿਹੜਾ ਗੱਲ ਕਰਨੀ ਆ ਉਹ ਨਹੀਂ ਕਿਸੇ ਨੇ ਸੋਚੀ ਕਿ ਉਹ ਕਿੱਥੇ ਜਾਣਗੇ ਵਿਚਾਰੇ, ਕਿੱਥੇ ਹੋਏਗਾ। ਤੁਹਾਨੂੰ ਦਿੱਲੀ ਦੇ ਵਿੱਚ ਕੌਣ ਆਪਣੇ ਘਰ ਵੜਨ ਦੇਗਾ? ਇਹ ਦੱਸੋ ਤੁਸੀਂ ਮੈਨੂੰ, ਕੌਣ ਵੜਨ ਦੇਗਾ ਦਿੱਲੀ 'ਚ? ਫਿਰ ਜਾ ਕੇ ਸੜਕਾਂ 'ਤੇ ਪਾਖਾਨਾ ਹੁੰਦਾ ਨਹੀਂ, ਕੀ ਬਣੇਗਾ? ਇੱਕ ਸਿਰਫ ਇਹ ਕੰਮ ਸੀ ਲੀਡਰਸ਼ਿਪ ਦਾ। ਮੇਰੇ ਹਿਸਾਬ ਦੇ ਨਾਲ ਬਾਰਡਰਾਂ 'ਤੇ ਅੰਦੋਲਨ ਕਰ ਲੈਂਦੇ, ਜਿਸ ਤਰ੍ਹਾਂ ਹਰਿਆਣਾ ਪੰਜਾਬ ਦਾ ਬਾਰਡਰ ਹੈ, ਰਾਜਸਥਾਨ ਹਰਿਆਣਾ ਦਾ ਬਾਰਡਰ ਹੈ, ਦਿੱਲੀ ਦਾ ਬਾਰਡਰ ਹੈ। ਕੁਛ ਬੰਦੇ ਨਿਕਲਦੇ ਅੱਗੇ, ਉੱਥੇ ਬੈਠ ਕੇ ਧਰਨੇ ਲਾ ਦਿੰਦੇ, ਆਵਾਜਾਈ ਜਿਹੜੀ ਉਹ ਠੱਪ ਨਾ ਕਰਦੇ, ਜਿਹਨੂੰ ਜ਼ਰੂਰੀ ਕੰਮ ਆ ਜਾਣ ਦਿਓ। ਉੱਥੇ ਧਰਨੇ ਲਾ ਦਿੰਦੇ, ਧਰਨੇ ਲਾ ਕੇ ਉਹਨਾਂ 'ਚ ਚੁਣ ਕੇ ਕੁਛ ਬੰਦੇ 5-5, 10-10, 20-20, 21-21, 50-50 ਬੰਦੇ ਉਹਨਾਂ 'ਚ ਕਹਿੰਦੇ ਕਿ ਦਿੱਲੀ ਚਲੋ, ਔਰ ਇਹ ਪਿੱਛੇ ਬੈਠੇ ਰਹਿੰਦੇ। ਫਿਰ ਸਰਕਾਰ ਵੀ ਸੋਚਦੀ ਕੁਛ ਨਾ ਕੁਛ। ਹੁਣ ਅਗਰ ਅਸੀਂ ਸਰਕਾਰ 'ਤੇ ਵਜਨ ਪਾਉਣਾ ਚਾਹੁੰਦੇ ਹਾਂ, ਦਿਮਾਗ 'ਤੇ ਵਜਨ ਪਾਉਣਾ ਸੋਚਣ ਵਾਸਤੇ ਮਜਬੂਰ ਕਰਨਾ ਚਾਹੁੰਦੇ ਹਾਂ ਕਿ ਇਤਨੀ ਖਲਕਤ, ਕੋਈ ਲੱਖ ਦੱਸਦਾ, ਕੋਈ 5 ਲੱਖ ਦੱਸਦਾ, ਕੋਈ ਕਿਤਨਾ ਦੱਸਦਾ, ਪਰ ਅਸੀਂ 1 ਲੱਖ ਦੇ ਲਗਭਗ ਹੀ ਦੇਖਦੇ ਹਾਂ। ਅਗਰ ਦਿੱਲੀ ਦੇ ਬਾਜ਼ਾਰਾਂ 'ਤੇ 1 ਲੱਖ ਬੰਦਾ ਵੜਦਾ ਹੈ ਵਾਹਰਾ ਹੋ ਕੇ, ਅਤੇ ਉੱਥੇ ਦਿੱਲੀ ਪੁਲਿਸ ਨੇ ਵੀ ਤੁਹਾਨੂੰ ਰੋਕਣਾ, ਹੋਰ ਵੀ ਜਿਹੜੀ ਫੋਰਸਿਸ ਹੈ ਉਹਨਾਂ ਨੇ ਵੀ ਤੁਹਾਨੂੰ ਰੋਕਣਾ। ਔਰ ਜੇ ਤੁਸੀਂ ਨਹੀਂ ਰੁਕਦੇ ਅਤੇ ਤੁਹਾਡੇ ਨਾਲ ਵਰਤਾਓ ਵੀ, ਅਗਰ ਤੁਸੀਂ ਵਰਤਾਓ ਗਲਤ ਕਰਦੇ ਹੋ, ਜਿਸ ਤਰ੍ਹਾਂ ਕੱਲ੍ਹ ਗੱਡੀਆਂ ਤੋੜੀਆਂ, ਪੱਤਰਕਾਰ ਦੀ ਗੱਡੀ ਤੋੜੀ, ਮੈਨੂੰ ਬੜਾ ਅਫਸੋਸ ਹੈ। ਉਹ ਦੇਸੀ ਪੱਤਰਕਾਰ ਸਾਡਾ ਆਪਣਾ ਇਲਾਕੇ ਦਾ ਬੰਦਾ ਹੈ, ਔਰ ਤੁਹਾਡੀ ਬੜੀ ਮਦਦ ਕਰ ਰਿਹਾ ਸੀ। ਉਹ ਮੈਂ ਦੇਖ ਰਿਹਾ, ਬਹੁਤ ਲਾਈਵ ਚੱਲ ਰਿਹਾ ਸੀ। ਉਹ ਬੜਾ ਅੱਛਾ ਪੱਤਰਕਾਰ ਹੈ, ਉਹ ਪੁਰਾਣਾ ਪੱਤਰਕਾਰ ਹੈ। ਤੁਸੀਂ ਉਹਦੀ ਗੱਡੀ ਵੀ ਨਹੀਂ ਬਖਸ਼ੀ, ਹਾਲਾਂਕਿ ਉਹਨੇ ਲਿਖਿਆ ਸੀ ਉੱਪਰ, ਪੱਤਰਕਾਰ ਲਿਖਿਆ ਸੀ ਉਸਨੇ, ਤੁਸੀਂ ਉਹਦੀ ਗੱਡੀ ਵੀ ਨਹੀਂ ਬਖਸ਼ੀ। ਸ਼ਰਮ ਆਉਣੀ ਚਾਹੀਦੀ ਹੈ ਬਈ। ਇੱਕ ਬੰਦਾ ਜਿਹੜਾ ਤੁਹਾਡੀ ਗੱਲ ਦੁਨੀਆ ਤੱਕ ਪਹੁੰਚਾ ਰਿਹਾ, ਲਾਈਵ ਪਹੁੰਚਾ ਰਿਹਾ, ਅਤੇ ਤੁਸੀਂ ਉਹਦੀ ਗੱਡੀ ਨੂੰ ਤੋੜ ਰਹੇ ਹੋ। ਬੜੀ ਬੇਸ਼ਰਮੀ ਵਾਲੀ ਗੱਲ ਹੈ ਬਈ। ਔਰ ਮੈਂ ਦੇਖਿਆ ਸ਼ੀਸ਼ੇ ਸਾਰੇ ਤੋੜਦੇ ਉਹਦਾ ਕੀ ਕਸੂਰ ਸੀ? ਉਹ ਤੁਹਾਡੀ ਮੁਖਾਲਫਤ ਕਰ ਰਿਹਾ ਸੀ, ਉਹ ਤਾਂ ਤੁਹਾਡਾ ਬਲਕਿ ਸਪੋਰਟ ਕਰ ਰਿਹਾ ਸੀ, ਤੁਹਾਡੇ ਲਾਈਵ ਦਿਖਾ ਰਿਹਾ ਸੀ ਕਿ ਦੇਖੋ ਕਿਆ ਹਾਲਤ ਹੈ ਇਹਨਾਂ ਦੀ, ਔਰ ਵਿੱਚ ਉੱਠ ਕੇ ਡੰਡੇ ਮਾਰ ਕੇ ਉਹਦੇ ਸ਼ੀਸ਼ੇ ਤੋੜਤੇ। ਉਹਦਾ ਹਰਜਾਨਾ ਕੌਣ ਦੇਗਾ? ਉਹਦਾ ਹਰਜਾਨਾ ਕਮਾਲ ਹੋ ਗਈ। ਪੱਤਰਕਾਰ ਜਿਹੜਾ ਕਹਿੰਦੇ ਆ ਚੌਥਾ ਸਤੰਭ ਹੈ, ਤੀਸਰਾ ਸਤੰਭ ਹੈ, ਤੁਸੀਂ ਉਹਨਾਂ ਨੂੰ ਤਾਂ ਹੀ ਹੱਥ ਉਠਾ ਲਿਆ। ਕੀ ਯਕੀਨ ਹੈ ਜਿਹੜੀ ਲੀਡਰਸ਼ਿਪ ਜਿਹੜੀ ਕੰਮ ਕਰ ਰਹੀ ਹੈ ਇਹਦੇ ਅੰਦੋਲਨ ਦੇ ਪਿੱਛੇ, ਉਹਨਾਂ ਨੂੰ ਕੀ ਯਕੀਨ ਹੈ ਕਿ ਦਿੱਲੀ ਜਾ ਕੇ ਤੁਹਾਡੇ ਕੰਟਰੋਲ 'ਚ ਰਹਿਣਗੇ ਸਾਰੇ ਬੰਦੇ? ਆ ਕੱਲ੍ਹ ਦੇ ਹੰਗਾਮੇ 'ਚ ਤੁਹਾਡੇ ਕੰਟਰੋਲ 'ਚ ਨਹੀਂ ਬੰਦੇ ਰਹੇ, ਅੱਜ ਦੇ ਹੰਗਾਮੇ 'ਚ ਤੁਹਾਡੇ ਕੰਟਰੋਲ ਦੇ ਵਿੱਚ ਬੰਦੇ ਨਹੀਂ ਰਹੇ। ਅਗਰ ਤੁਸੀਂ ਦਿੱਲੀ ਦੇ ਗਲੀਆਂ 'ਚ ਵੜ ਜਾਂਦੇ ਹੋ, ਦਿੱਲੀ ਦੇ ਬਾਜ਼ਾਰਾਂ 'ਚ ਵੜ ਜਾਂਦੇ ਹੋ, ਇਹ ਤੁਹਾਡੇ ਕਾਬੂ ਰਹਿਣਗੇ ਬੰਦੇ? ਇਹ ਤੁਹਾਡੇ ਕਹਿਣੇ 'ਚ ਰਹਿਣਗੇ ਬੰਦੇ? ਸੋਚੋ ਇਸ ਗੱਲ ਨੂੰ। ਠੀਕ ਹੈ, ਮੈਂ ਨਾ ਸਰਕਾਰ ਦੇ ਹੱਕ 'ਚ ਹਾਂ ਕਿ ਉਹਨਾਂ ਨੇ ਆਰਡੀਨੈਂਸ ਠੀਕ ਕੀਤੇ ਨੇ, ਨਾ ਮੈਂ ਉਹਨਾਂ ਦੇ ਖਿਲਾਫ ਹਾਂ, ਨਾ ਮੈਂ ਜ਼ਿਮੀਂਦਾਰਾਂ ਦੇ ਅੰਦੋਲਨ ਦੇ ਹੱਕ 'ਚ ਹਾਂ, ਨਾ ਮੈਂ ਉਹਨਾਂ ਦੇ ਖਿਲਾਫ ਹਾਂ। ਮੈਂ ਪੱਤਰਕਾਰ ਦੇ ਨਾਤੇ
ਜਿਹੜੀ ਚੀਜ਼ ਮੈਂ ਦੇਖ ਰਿਹਾ, ਜਿਹੜੀ ਗੱਲ ਮੈਂ ਸੁਣ ਰਿਹਾ, ਜੋ ਮੈਂ ਆਪਣੇ ਸਮਾਜਿਕ ਤੌਰ 'ਤੇ, ਜਿਹੜਾ ਸਮਾਜ 'ਤੇ ਵਜਨ ਪੈਣ ਵਾਲਾ, ਜਿਹੜਾ ਸਮਾਜ 'ਤੇ ਕੰਮ ਖਰਾਬ ਹੋਣ ਵਾਲਾ ਹੈ, ਉਹਦੇ ਬਾਰੇ 'ਚ ਮੈਨੂੰ ਜ਼ਰੂਰ ਸੋਚਣਾ ਪੈਣਾ। ਇਹ ਹੁਣ ਚਾਹੇ ਕਿਸੇ ਨੂੰ ਗਲਤ ਲੱਗੇ, ਕਿਸੇ ਨੂੰ ਠੀਕ ਲੱਗੇ, ਇਹ ਉਹਨਾਂ ਦੀ ਆਪਣੀ ਸੋਚਣੀ ਆ। ਮੇਰੀ ਜਿਹੜੀ ਸੋਚ ਸੀ ਮੈਂ ਆਪ ਜੀ ਨੂੰ ਦੱਸਤੀ। ਕੋਈ ਗਲਤੀ ਹੋਵੇ ਮਾफ़ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ।